ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਮੇਰੇ ਸ਼ਹਿਰ ਦਾ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ ਫੇਰ ਆਪਾਂ ਬਠਿੰਡਾ ਦੇ ਅਜੀਤ ਰੋਡ ਦੇ ਨੇੜੇ ਜਿਹੀ ਖੜ੍ਹੇ ਹਾਂ, ਕਿਉਂਕਿ ਉਹ 100 ਫੁੱਟੀ ਰੋਡ ਹੈ ਜਿਹੜੀ ਘੋੜੇ ਵਾਲਾ ਚੌਂਕ ਹੈ ਜਿਹੜਾ, ਉਸ ਤੋਂ ਇੱਧਰ ਨੂੰ ਜਦੋਂ ਆਪਾਂ ਜਾਂਦੇ ਹਾਂ ਪਾਵਰ ਹਾਊਸ ਰੋਡ ਵੱਲ ਨੂੰ, ਉੱਧਰ ਖੱਬੇ ਹੱਥ ਉੱਥੇ ਆਪਾਂ ਖੜ੍ਹੇ ਹਾਂ। ਦੇਖੋ ਗੱਲ ਕੀ ਕਿ ਤੁਹਾਨੂੰ ਮੈਂ ਦਿਖਾਉਣਾ ਹੁੰਦਾ ਵੀ ਕਿੱਥੇ ਕਿੱਥੇ ਕੀ ਹੈ ਨਾ। ਤਾਂ ਪਿਛਲੇ ਕੁਛ ਅਰਸੇ ਤੋਂ ਮੈਂ ਤੁਹਾਨੂੰ ਇਹ ਦਿਖਾ ਰਿਹਾ ਵੀ ਆਲ ਸੈਂਟਰ ਕਿੰਨੇ ਨੇ ਇੱਥੇ ਬਠਿੰਡੇ 'ਚ, ਕਿੱਥੇ ਕਿੱਥੇ ਨੇ। ਕਿਉਂਕਿ ਬੜਾ ਸੀਗਾ ਬੱਚਿਆਂ ਨੂੰ ਯਾਰ ਵੀ ਅਸੀਂ ਜਾਣਾ ਬਾਹਰ ਜਾਣਾ ਅਤੇ ਕਰੋਨਾ ਲੱਗ ਗਿਆ ਅਤੇ ਨਹੀਂ ਹੈ ਨਾ, ਬੜਾ ਔਖਾ ਹੋਇਆ ਅਤੇ ਖੁੱਲ੍ਹਿਆ। ਤਾਂ ਮੈਨੂੰ ਇਹ ਸੀਗਾ ਯਾਰ ਵੀ ਚਲੋ, ਕਿਉਂਕਿ ਬਹੁਤ ਜ਼ਿਆਦਾ ਬਹੁਤਾਤ ਦੇ ਵਿੱਚ ਇੱਥੇ ਆਫਿਸ ਨੇ, ਤਾਂ ਬੱਚਾ ਵੀ ਕਨਫਿਊਜ਼ ਹੋ ਜਾਂਦਾ ਵੀ ਹੁਣ ਮੈਂ ਕਿਹਦੇ ਕੋਲ ਜਾਵਾਂ, ਮੈਂ ਕਿਹਦੇ ਕੋਲ ਜਾਵਾਂ। ਤਾਂ ਮੈਨੂੰ ਇਹ ਹੁੰਦਾ ਵੀ ਜਿੰਨੇ ਕੁ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਉਹਨੇ ਕੁ ਤੁਹਾਨੂੰ ਦਿਖਾ ਦਿਆਂ। ਤਾਂ ਅੱਜ ਆਪਾਂ ਆਏ ਹਾਂ, ਤੁਸੀਂ ਪਿੱਛੇ ਦੇਖ ਹੀ ਰਹੇ ਹੋਵੋਗੇ, ਫਲਾਈ ਹਾਈ ਆਇਲਸ ਅਕੈਡਮੀ ਮੈਡਮ ਪੱਲਵੀ ਗਰਗ ਅਤੇ ਸ਼ਰੂਤੀ, ਇਹ ਉੱਪਰ ਹੈ। ਅਤੇ ਮੈਨੂੰ ਇਹ ਸੀ, ਮੈਂ ਕਿਹਾ ਚਲੋ ਸਟਾਰਟ ਆਪਾਂ, ਕਿਉਂਕਿ ਨਾਲ ਲੋਕੇਸ਼ਨ ਵੀ ਦਿਖਾਉਣੀ ਹੁੰਦੀ, ਜਿਹੜੀਆਂ ਆਪਾਂ ਉਹਨਾਂ ਨਾਲ ਗੱਲਾਂ ਕਰਨੀਆਂ ਉਹ ਤਾਂ ਇੱਕ ਵੱਖਰੀਆਂ, ਪਰ ਲੋਕੇਸ਼ਨ ਦਿਖਾਉਣ ਦਾ ਤੁਹਾਨੂੰ ਈਜ਼ੀ ਹੈ। ਜਿਹੜਾ ਵੀ ਬੱਚਾ ਕਿਤੋਂ ਬਾਹਰੋਂ ਆਉਂਦਾ, ਮਾਂ ਪਿਓ ਆਉਂਦੇ, ਕੋਈ ਵੀ ਹੈ, ਤਾਂ ਉਹਨਾਂ ਨੂੰ ਲੱਭਣਾ ਸੌਖਾ ਹੋ ਜਾਂਦਾ ਵੀ ਅੱਛਾ ਓਕੇ ਯਾਰ ਉੱਥੇ ਹੈ। ਅਤੇ ਗੱਲਾਂ ਆਪਾਂ ਉੱਤੇ ਕਰਾਂਗੇ, ਆਜੋ ਚੱਲਦੇ ਹਾਂ। ਪੌੜੀਆਂ ਚੜ੍ਹਨੀਆਂ ਪੈਂਦੀਆਂ ਬਾਈ ਜੀ, ਕਿਸੇ ਮੰਜ਼ਿਲ 'ਤੇ ਪਹੁੰਚਣਾ ਤਾਂ। ਪੁੱਤਰ ਜੀ ਕੀ ਹਾਲ? ਠੀਕ ਹੈ। ਕੀ ਨਾਮ ਤੁਹਾਡਾ? ਹਨੀ। ਹਾਂਜੀ ਹਨੀ। ਹਨੀ। ਹਾਂਜੀ। ਆਫਿਸ ਕਿੱਥੇ? ਉੱਪਰ ਹੈ। ਉੱਪਰ ਹੈ? ਚਲੇ ਜੀ। ਹਾਂਜੀ। ਅੱਛਾ ਸੱਚ ਲਿਖਿਆ ਵੀ ਹੋਇਆ। ਉਹ ਪਤਾ ਕੀ ਹੁੰਦਾ, ਮੈਨੂੰ ਤਾਂ ਡਰ ਹੀ ਲੱਗਦਾ ਰਹਿੰਦਾ ਵੀ ਅਗਲੇ ਤੋਂ ਪੁੱਛ ਲਓ ਆਫਿਸ ਲਿਖਿਆ ਹੋਇਆ ਚੰਗਾ ਭਲਾ। ਠੀਕ ਹੈ ਬੇਟਾ, ਥੈਂਕ ਯੂ। ਉੱਤੇ ਚੱਲਦੇ ਹਾਂ। ਅੱਛਾ ਮੈਂ ਇਹ ਦੇਖ ਰਿਹਾ ਸੀ, ਤੁਸੀਂ ਵੇਖੋ ਜਿਵੇਂ ਇਹਨਾਂ ਨੇ ਆਹ ਫੋਟੋਆਂ ਨਹੀਂ ਲਾਈਆਂ ਹੋਈਆਂ, ਦੇਖ ਲਓ। ਪਤਾ ਕੀ ਹੁੰਦਾ, ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ, ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਬਾਹਰ ਉਹ ਫੋਟੋਆਂ ਲੱਗੀਆਂ ਹੁੰਦੀਆਂ, ਉਹ ਕਦੀ ਕਿਸੇ ਨੇਤਾ ਦੇ ਨਾਲ, ਕਦੀ ਕਿਸੇ ਮਹਾਂਪੁਰਸ਼ ਦੇ ਨਾਲ, ਤਾਂ ਉਹ ਹੁੰਦੀਆਂ ਵੀ ਆ ਸਾਨੂੰ ਇਹ ਜਾਣਦੇ, ਸਾਡੀ ਅਚੀਵਮੈਂਟ ਹੈ, ਸਾਡੇ ਦੋਸਤ ਨੇ, ਸਾਡੇ ਨੇੜੇ ਨੇ। ਅਤੇ ਇਹ ਇਮੀਗ੍ਰੇਸ਼ਨ ਜਾਂ ਆਇਲਸ ਵਾਲਿਆਂ 'ਤੇ ਜਾਈਏ ਨਾ ਆਪਾਂ, ਅਤੇ ਹੁੰਦਾ ਕੀ ਆ ਉੱਥੇ, ਇਹ ਹੁੰਦਾ ਕਿ ਜਦੋਂ ਉਹਨਾਂ ਦੇ ਸਾਰੀਆਂ ਇਹ ਫੋਟੋਆਂ, ਵੀਜ਼ਾ ਲੱਗਿਆ ਹੁੰਦਾ, ਬੈਂਡ ਵਾਲਿਆਂ ਦੀਆਂ ਲੱਗੀਆਂ ਹੁੰਦੀਆਂ ਵੀ ਇੰਨੇ ਬੈਂਡ ਆਏ ਨੇ, ਕਿਉਂਕਿ ਉਹਨਾਂ ਲਈ ਇਹੀ ਅਚੀਵਮੈਂਟ ਹੁੰਦੀ ਹੈ ਵੀ ਸਾਡੇ ਕੋਲ ਦੇਖੋ ਤੁਸੀਂ ਜੀ, ਇੰਨੇ ਬੱਚਿਆਂ ਨੂੰ ਅਸੀਂ ਵੀਜ਼ੇ ਲਵਾਤੇ, ਇੰਨਿਆਂ ਦੇ ਆਇਲਸ ਬੈਂਡ ਆ ਗਏ। ਜਿਵੇਂ ਹੁਣ ਮੈਨੂੰ ਸਾਹ ਚੜ੍ਹ ਗਿਆ। ਆਹ ਆਫਿਸ ਆ ਜੀ। ਅੱਛਾ ਇਹ ਆਫਿਸ ਹੈ, ਓਕੇ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਉੱਤੇ ਆ ਕੇ ਸਾਹ ਚੜ੍ਹ ਜਾਂਦਾ। अरे जी, अभी पानी पिला देते हैं आपको। ਨਹੀਂ ਕੋਈ ਨਹੀਂ। ਮੈਂ ਦੇਖ ਰਿਹਾ ਸੀਗਾ, ਮੈਂ ਕਿਹਾ ਚਲੋ ਆਪਾਂ ਕਿਤੇ ਵੀ ਜਾਂਦੇ ਹਾਂ, ਕਿਸੇ ਦੇ ਘਰ ਜਾਈਏ ਨਾ, ਤਾਂ ਉੱਥੇ ਫੋਟੋਆਂ ਲੱਗੀਆਂ ਹੁੰਦੀਆਂ ਡਰਾਇੰਗ ਰੂਮ ਦੇ ਵਿੱਚ, ਜਾਂ ਆਪਾਂ ਐਂਟਰ ਕਰਦੇ ਹਾਂ ਉਦੋਂ ਤੁਸੀਂ ਨੇੜੇ ਆ ਜਾਓ ਨਾ। ਅਤੇ ਉੱਥੇ ਮੈਂ ਦੇਖਦਾ ਆ ਰਿਹਾ ਸੀ, ਮੈਂ ਕਿਹਾ ਆਪਾਂ ਕਿਸੇ ਦੇ ਵੀ ਵੀਜ਼ਾ ਕੰਸਲਟੈਂਟ ਕੋਲ ਜਾਂਦੇ ਹਾਂ ਜਾਂ ਆਇਲ ਸੈਂਟਰ 'ਚ ਜਾਂਦੇ ਨਾ, ਉੱਥੇ ਵੀ ਫੋਟੋਆਂ ਲੱਗੀਆਂ ਹੁੰਦੀਆਂ। ਮੈਂ ਕਿਹਾ ਉਹਨਾਂ ਦੀਆਂ ਇਹ ਅਚੀਵਮੈਂਟਸ ਹੁੰਦੀਆਂ ਹੈ ਨਾ। ਅਦਰਵਾਈਜ਼ ਕੋਈ ਤਾਂ ਆਪਣੇ ਘਰਾਂ 'ਚ ਲਾਊਗਾ ਮੇਰੀ ਆਹ ਨੇਤਾ ਨਾਲ ਯਾਰੀ ਹੈ, ਕੋਈ ਕਹੋ ਮੇਰੇ ਬਾਬਾ ਜੀ ਇਹਨਾਂ ਤੋਂ ਮੈਂ ਆਸ਼ੀਰਵਾਦ ਲੈਣਾ, ਪਰ ਤੁਹਾਡੀਆਂ ਮੈਂ ਦੇਖਿਆ ਤੁਸੀਂ ਉਹ ਲਾਈਆਂ ਹੋਈਆਂ ਫੋਟੋਆਂ ਵੀ ਇਹਦੇ ਇੰਨੇ ਬੈਂਡ ਆ ਗਏ, ਇਹਦੇ ਇੰਨੇ ਬੈਂਡ ਆ ਗਏ, ਉਹ ਅਚੀਵਮੈਂਟਸ ਲੱਗਦੀਆਂ। ਉਹ ਸਰ ਅਸੀਂ ਨਾ ਮਤਲਬ ਬੜਾ ਸੋਚ ਕੇ ਲਾਈਆਂ, ਇੱਕ ਸਟੈਪ 'ਤੇ ਤੁਸੀਂ ਦੇਖਿਆ ਹੋਊਗਾ, ਸ਼ੁਰੂ ਤੋਂ ਮਤਲਬ ਬਿਲਕੁਲ ਬੇਸਿਕ ਸਟੈਪ ਤੋਂ ਸ਼ੁਰੂ ਹੋਇਆ ਹੁੰਦਾ ਸੀ। ਹਰ ਸਟੈਪ ਬੱਚਾ ਚੜ੍ਹਦਾ ਜਾਵੇ ਅਤੇ ਉਹਨੂੰ ਵੀ ਤਸੱਲੀ ਮਿਲਦੀ ਜਾਵੇ ਵੀ ਅਸੀਂ ਵੀ ਇਸ ਦਿਨ ਇੱਥੇ ਪਹੁੰਚਾਂਗੇ। ਅਤੇ ਆਪਾਂ ਜਿਹੜੇ ਮਤਲਬ ਸਾਡੇ 9 ਬੈਂਡਸ ਅਚੀਵਰਸ ਨੇ, ਅਸੀਂ ਉਹਨਾਂ ਨੂੰ ਆਫਿਸ ਦੇ ਬਿਲਕੁਲ ਸਾਹਮਣੇ ਰੱਖਿਆ ਹੋਇਆ ਵੀ ਹਰ ਆਉਂਦਾ ਜਾਂਦਾ ਬੰਦਾ ਉਹਨਾਂ ਨੂੰ ਦੇਖੇ, ਉਹਨਾਂ ਤੋਂ ਮੋਟੀਵੇਟ ਹੋਵੇ, ਅਤੇ ਇਹ ਵੀ ਆਸ਼ਾ ਕਰੇ ਵੀ ਸਾਡੀ ਵੀ ਇੱਕ ਦਿਨ ਇੱਥੇ ਫੋਟੋ ਲੱਗੂਗੀ। ਤੁਸੀਂ ਮੰਨੋਗੇ ਨਹੀਂ ਸਰ, ਜਦੋਂ ਵੀ ਬੱਚੇ ਦਾ ਰਿਜ਼ਲਟ ਆਉਂਦਾ ਹੈ, ਮੈਂ ਭਾਵੇਂ ਭੁੱਲ ਜਾ ਉਹਨੂੰ ਕਹਿਣਾ ਵੀ ਬੱਚਾ ਫੋਟੋ ਭੇਜ ਦਿਓ, ਅਸੀਂ ਫੋਟੋ ਲਾਉਣੀ ਹੈ, ਅਗਲਾ ਨਾਲ ਦੀ ਨਾਲ ਫੋਨ ਆ ਜਾਂਦਾ, ਮੈਮ ਸਾਡੀ ਫੋਟੋ ਲਾਓ ਜੀ। ਹੁਣ ਦੇਖੋ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਨਾ, ਤਾਂ ਸਾਨੂੰ ਇਹ ਹੁੰਦਾ ਸੀ ਯਾਰ ਵੀ ਉਹ ਲਿਖਿਆ ਹੁੰਦਾ ਵੀ ਆਵਰ ਸਟਾਰਸ, ਹੈ ਨਾ। ਉੱਥੇ ਫਿਰ ਤਾਰਿਆਂ ਦੇ ਵਿੱਚ ਲਾ ਕੇ ਫੋਟੋਆਂ ਲਾਈਆਂ, ਉਹ ਬੜਾ ਮਜ਼ਾ ਆਉਂਦਾ ਸੀ, ਹੈ ਨਾ। ਉਹੀ ਗੱਲ ਹੈ। ਹਾਂ ਬਿਲਕੁਲ। ਅੱਛਾ ਚਲੋ ਆਪਾਂ ਇਹ ਦੇਖ ਲਈਏ ਇਸ ਆਇਲਸ ਨੂੰ ਤੁਸੀਂ ਦੋਨੋਂ ਜਣੇ ਚਲਾਉਂਦੇ ਹੋ? ਹਾਂਜੀ ਸਰ ਬਿਲਕੁਲ, ਅਸੀਂ ਟੋਟਲੀ ਇਕੱਠੇ ਮਿਲ ਕੇ ਹਰ ਗੱਲ ਨਾਲ ਕਰਕੇ ਚਲਾਉਂਦੇ ਹਾਂ ਇਸ ਇੰਸਟੀਟਿਊਟ ਨੂੰ। ਮੈਂ ਤਾਂਹੀਓ ਮੈਨੂੰ, ਕਿਉਂਕਿ ਮੈਨੂੰ ਇਹ ਸੀਗਾ ਥੱਲੇ ਲਿਖਿਆ ਸੀ, ਇੱਕ ਤਾਂ ਲਿਖਿਆ ਸੀਗਾ ਪੱਲਵੀ, ਦੂਸਰਾ ਲਿਖਿਆ ਸ਼ਰੂਤੀ। ਪੱਲਵੀ ਸ਼ਰੂਤੀ ਜੀ ਕੀ ਹਾਲ? ਹਾਂਜੀ ਬਿਲਕੁਲ ਬੜੀਆ ਜੀ। ਬਿਲਕੁਲ ਠੀਕ। ਹਾਂਜੀ। ਭੈਣਾਂ ਓਕੇ? ਨਹੀਂ ਜੀ, ਮੈਂ ਇਹਨਾਂ ਦੀ ਭਾਬੀ ਲੱਗਦੀ ਹਾਂ ਜੀ। ਅੱਛਾ, ਨਨਾਣ ਭਰਜਾਈ। ਹਾਂਜੀ। ਘਰ ਦੇ ਵਿੱਚ ਇਹ ਹੁੰਦਾ ਵੀ ਚਲੋ ਦੇਖੋ, ਇਹ ਹੁੰਦਾ ਪੜ੍ਹੇ ਲਿਖਿਆਂ ਦਾ ਫਾਇਦਾ ਵੀ ਇਹ ਨਹੀਂ ਵੀ ਕਿਸੇ ਤੇ ਡਿਪੈਂਡੈਂਟ ਆਪਾਂ ਰਹਿਣਾ ਵੀ ਕੋਈ ਆਏਗਾ ਜਾਏਗਾ।
ਨਨਾਣ ਭਰਜਾਈ ਤਿਆਰ ਹੋਈਆਂ ਤੇ ਚਲੋ ਜੀ। ਹਾਂਜੀ ਅਸੀਂ ਆਪ ਹੀ ਸਰ ਕਰ ਲੈਂਦੇ ਹਾਂ ਕੰਮ ਸਾਰਾ, ਆਪ ਹੀ ਅਸੀਂ ਲੜ ਲਈਦਾ, ਆਪ ਹੀ ਅਸੀਂ ਗੱਲ ਕਰ ਲਈਦੀ, ਆਪ ਹੀ ਅਸੀਂ ਪਿਆਰ ਨਾਲ ਸਾਰਾ ਕੁਝ ਕਰ ਹੀ ਲਈਦਾ ਹੈ। ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਸੀ ਵੀ ਲਾਡਲੀ ਦਾ, ਨਨਾਣ ਭਰਜਾਈ ਦਾ ਪਤਾ ਹੀ ਹੁੰਦਾ ਹੈ। ਕਿਉਂ ਲੱਗਦਾ ਨਾ? बिल्कुल जी बिल्कुल नहीं, बहुत अच्छी तरह बहुत ऑनेस्टली हम इस इंस्टीट्यूट को चलाते हैं सर, ताकि हर बच्चे को बेस्ट ऑफ एजुकेशन मिल सके। एंड बाकी आप सर्विसेज आप हमसे पूछिए तो हम आपको बताते हैं। ਬਿਲਕੁਲ ਜੀ, ਮੈਂ ਤਾਂ ਇਹ ਪੁੱਛਣਾ ਹੁੰਦਾ ਵੀ ਦੇਖੋ ਅਮੂਮਨ ਕੀ ਹੁੰਦਾ ਕਿ ਜਿਹੜਾ ਨਾ ਫੇਕ ਬਹੁਤ ਕੁਝ ਹੁੰਦਾ, ਜਿਹੜੇ ਹਨਾ ਐਜੂਕੇਟਡ ਵੀ ਨਹੀਂ ਹੁੰਦੇ ਉਹ ਵੀ ਵਿੱਚ ਖੋਲ੍ਹ ਲੈਂਦੇ ਨੇ, ਆਇਲ ਸੈਂਟਰ ਖੋਲ੍ਹ ਲੈਂਦੇ ਨੇ, ਜਿਨ੍ਹਾਂ ਦੇ ਕੋਲ ਐਂ ਕਹਿ ਲਈਏ ਵੀ ਲਾਇਸੈਂਸ ਨਹੀਂ ਹੁੰਦੇ, ਉਹ ਲੋਕ ਵੀ ਵੀਜ਼ਾ ਐਕਸਪਰਟਸ ਬਣ ਜਾਂਦੇ ਨੇ। ਤੇ ਆਪਣਾ ਕੀ ਹੈ, ਕਦੋਂ ਕੁ ਆਪਾਂ ਸ਼ੁਰੂ ਕੀਤਾ? ਸਰ ਆਪਾਂ ਨੂੰ ਸਾਲ ਤੋਂ ਜ਼ਿਆਦਾ ਹੋ ਚੁੱਕੇ ਹੈ ਇਸ ਲਾਈਨ ਵਿੱਚ, ਤੇ ਮੈਂ ਸਾਲ ਦੀ ਪ੍ਰੋਗਰੈਸ ਦੱਸਾਂ ਤਾਂ ਮੈਂ ਬਹੁਤ ਪ੍ਰਾਊਡਲੀ ਇੱਕ ਗੱਲ ਕਹਿਣਾ ਚਾਹੂੰਗੀ ਵੀ ਜਿੰਨੇ ਵੀ ਰਿਜ਼ਲਟਸ ਆਏ ਨੇ ਸਰ ਤੁਹਾਡੇ ਸਾਹਮਣੇ ਨੇ, ਉਹਨਾਂ ਦੇ ਜੈਨੂਇਨ ਰਿਜ਼ਲਟਸ ਅਸੀਂ ਅਪਲੋਡ ਕਰਦੇ ਹਾਂ। ਐਂਡ ਪ੍ਰੋਗਰੈਸ ਐਂਡ ਰਿਸਪੌਂਸ ਬੱਚਿਆਂ ਦਾ ਜਿਹੜਾ ਸਾਨੂੰ ਮਿਲਿਆ ਉਹੀ ਸਾਨੂੰ ਮੋਟੀਵੇਟ ਕਰ ਰਿਹਾ ਕਿ ਅਸੀਂ ਇਸ ਚੀਜ਼ ਨੂੰ ਹੋਰ ਅੱਗੇ ਵਧਾइए। फेकनेस एंड जो भी आप डुप्लीकेसी की बात कर रहे हैं सर, उसके लिए सर हम ये बात कहना चाहते हैं कि बच्चे बड़े छोटे, ये कोई छोटे बच्चे नहीं हैं जिनको आप बेवकूफ़ बना सकते हैं। यहाँ पे हम आपको बच्चों को 2 दिन की डेमो क्लासेस प्रोवाइड करते हैं, जिसका मतलब 5 घंटे पहले दिन, 5 घंटे अगले दिन, 10 घंटे सर। नज़र तो एक ही काफ़ी होती है, 10 घंटे में वो हमें देखते हैं। मैं हमेशा डेमो पे आए बच्चे को ये कहती हूँ कि हम तुम्हें नहीं, कैलिबर नहीं जज कर रहे तुम्हारा, तुम हमारा कैलिबर जज कीजिए कि आप हमसे पढ़ सकते हैं कि नहीं पढ़ सकते। 2 दिन आप ये जज कीजिए, अगर आपको तसल्ली है तो 3rd डे आइए, रजिस्ट्रेशन करवाइए एंड प्लीज़ वेलकम टू द क्लासरूम। तो ये हमारा रिस्पॉन्स रहता है बच्चों को। सो वो फेकनेस, डुप्लीकेसी वहीं की वहीं ख़त्म हो जाती है। जो फेकनेस की आप बात कर रहे हो वो रिजल्ट्स को लेके भी है। जैसे जो रिजल्ट्स हमने डिस्प्ले किए हुए हैं वो सब हमारे रियल रिजल्ट्स हैं। आप हमने बच्चे जो क्लियर कर चुके हैं वो बुलाए हैं, उनसे बात कर सकते हैं, उसमें कोई भी फेक रिज़ल्ट हमने डिस्प्ले नहीं किया हुआ। जो एक्चुअल रिजल्ट्स जो बच्चे हमारे पास पढ़े हैं हमने सिर्फ वही डिस्प्ले किए हुए हैं। कोई ये नहीं है किसी और इंस्टीट्यूट का उठा के जी उसकी फ़ोटो लगा दी, उसकी फ़ोटो जो बच्चे नहीं क्लियर किए, ये बिल्कुल ऐसी बात नहीं है। ये बिल्कुल हमारे पास ट्रांसपेरेंसी है। जो बच्चे हमारे पास पढ़े हैं उन्हीं के रिजल्ट्स हमने डिस्प्ले किए हैं, वो आप बात कर सकते हैं बच्चों से। हमने बुलाए हुए हैं जो प्रीवियस रिजल्ट्स जिनके क्लियर हुए हैं। ऑल्सो एक बात हम कहना चाहते हैं कि प्राउडली जितना भी बच्चा हमारा रिजल्ट देता है, महीने में हमारी 15-20 एंट्रीज रहती हैं एग्जामिनेशन की, जिसमें से 95% रिजल्ट सर क्लियर होता है। ये बात मैं बहुत अच्छे से आपको क्लियरली बता सकती हूँ। पर बच्चों का विश्वास को सच है कि किसी भी वजह से अगर उनके 0.5 के स्कोर इधर या उधर हो जाते हैं, वो सर इंस्टीट्यूट नहीं चेंज करेंगे। ये बात मैं आपको बहुत क्लियरली बता रही हूँ कि ये उनका विश्वास हम पे इतना है कि हाँ अगर क्लियर हुआ है तो यहीं से होना है। ਇਹ ਹੁੰਦਾ ਮੈਡਮ ਕੀ ਹੁੰਦਾ ਹੈ, ਕਈ ਵਾਰੀ ਬੱਚੇ ਨੂੰ ਪਤਾ ਹੁੰਦਾ ਕਿ ਇਹ ਸਾਡੀ ਗਲਤੀ ਹੈ, ਪਰ ਉਹ ਪੇਰੈਂਟਸ ਦੇ ਸਾਹਮਣੇ ਫਿਰ ਉਹ ਨਹੀਂ ਦੱਸਦਾ ਵੀ ਅੱਛਾ ਮੇਰੀ ਗਲਤੀ ਸੀ, ਮੈਂ ਨਹੀਂ ਧਿਆਨ ਦਿੱਤਾ ਜਦੋਂ ਮੈਨੂੰ ਪੜ੍ਹਾ ਰਹੇ ਸੀ ਤੇ ਮੇਰਾ ਧਿਆਨ ਕਿਸੇ ਹੋਰ ਪਾਸੇ ਸੀ। ਇਦਾਂ ਵੀ ਕਿਤੇ ਨਾ ਕਿਤੇ ਹੋ ਜਾਂਦਾ। ਤੁਸੀਂ ਕਲਾਸਰੂਮ 'ਚ ਮੈਨੂੰ ਲੱਗਦਾ मोबाइल तो चलाने नहीं देते होगे? नहीं सर, मोबाइल वगैरह बिल्कुल अलाउड नहीं होते हैं। 2 बच्चों के पास रहते हैं क्योंकि हमें ये भी कंसीडर करना पड़ता है क्योंकि पेरेंट्स के कॉल भी आ सकते हैं। ज़्यादातर बच्चे पीजी में रहने वाले होते हैं सर, तो हम उनको ये भी नहीं कह सकते अपना फ़ोन स्विच ऑफ कर दीजिए या इनको हमें दे दीजिए। बच्चों के पास होता है बट दे नॉट अलाउड टू यूज़ इन द क्लासरूम्स। तो उस चीज़ का हम लोग ध्यान रखते हैं। इवन स्टाफ मेम्बर्स को अलाउड नहीं है फ़ोन यूज़ करना। ਤੁਹਾਡੀ ਕੁਆਲੀਫਿਕੇਸ਼ਨ ਪੁੱਛ ਸਕਦਾ? येस सर, डेफिनेटली सर। मैं डबल ग्रेजुएट हूँ, LLB एडवोकेट हूँ, एंड उसके बाद मैंने अपनी CA भी परस्यू की हुई है। सो आई एम इवन कंप्लीटिंग दैट। ਕਿਤੇ LLB ਕੀਤੀ, ਕਿਤੇ ਵਕੀਲ ਸਾਹਿਬ ਪੜ੍ਹਾਈ ਜਾਂਦੇ ਨੇ, CA ਕੀਤੀ है। एक्सपीरियंस सारा होके अब हम इसमें IELTS में डाल रहे हैं ताकि जिस भी चीज़ का मुझे एक्सपीरियंस मिला, बिकॉज मैं हमेशा ये मानती हूँ कि थैंक्स टू माई स्कूल एंड माई एजुकेशन जिसकी वजह से मैं आज ट्रेन कर पा रही हूँ इन स्टूडेंट्स को। ਤੁਸੀਂ ਜੀ? आई हैव कम्प्लीटेड माई MCOM BEd फ्रॉम पंजाबी यूनिवर्सिटी। तो अब मेरे को इन्होंने एक्सपीरियंस दिया, मैंने पल्लवी मैम से एक्सपीरियंस लिया और इनके साथ काम किया। ਇਹ ਵੀ B.Ed ਕਰਕੇ ਵੀ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਤੇ B.Ed ਕਰ ਚੁੱਕੇ ਨੇ ਤੇ IELTS ਕਰਵਾ ਰਹੇ ਨੇ, ਚੰਗੀ ਗੱਲ ਹੈ। ਤੇ ਅੱਛਾ ਇਹ ਹੁੰਦਾ ਵੀ ਜਦੋਂ ਤੁਹਾਡੇ ਕੋਲ ਬੱਚਾ ਜਦੋਂ ਆਉਂਦਾ ਹੈ ਨਾ, ਕਿਉਂਕਿ ਤੁਹਾਨੂੰ ਸਾਲ ਹੀ ਸਿਰਫ ਹੋਇਆ ਤੇ ਸਾਲ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿੰਨੇ ਕੁ ਬੱਚੇ ਆਪਣੇ ਜਿਹੜੇ ਨੇ ਤੁਹਾਡੇ ਕੋਲ ਆਏ ਤੇ ਕਿੰਨੇ ਜਿਹੜੇ ਕਿੰਨੇ ਬੈਂਡ ਲੈ ਗਏ, ਅੰਦਾਜ਼ਾ थोड़ा ਜਿਹਾ लिस्ट होनी? अगर सर मैं इस वक्त एवरेज क्लास साइज़ की बात करूँ तो वी हैव 60 स्टूडेंट्स एवरेज, और हमारा क्लासरूम का साइज़ 40, 50, 60 के आसपास हमेशा से रहा है। ये बात हम लोग मानते हैं। अपार्ट फ्रॉम दैट कितने बच्चे क्लियर कर चुके हैं और उनके एवरेज बैंड स्कोर्स क्या रहे हैं सर? स्टूडेंट्स हैव अचीव 9 बैंड्स, डबल 9 बैंड्स। इवन हमारे पास एक हमारी प्रीवियस स्टूडेंट हैं जिनके 9 लिसनिंग रीडिंग में काफ़ी बच्चों के आए हुए हैं। आप उनसे भी बात कीजिएंगे अब थोड़ी देर में। अपार्ट फ्रॉम दैट कि अब कितने बच्चे क्लियर कर चुके हैं, ये है सर hundreds में नंबर है जो बच्चे यहाँ से पास आउट होकर जा चुके हैं। ਇਹ ਤੁਸੀਂ ਕਿਹਾ ਸੀ ਮੈਡਮ ਵੀ ਬੱਚੇ ਅਸੀਂ ਬੁਲਾਏ ਹੋਏ ਨੇ ਜਿਹੜੇ ਪਹਿਲਾਂ ਦੇ ਹੈਗੇ ਨੇ ਉਹ ਕਿੱਥੇ ਬੈਠੇ ਨੇ? ये नेक्स्ट क्लासरूम है आपके साथ में ही है, वहाँ जाके आप बात कर सकते हैं।
ਮੈਂ ਚਲਾ ਜਾਵਾਂ ਹਾਂਜੀ ਸਰ ਪਲੀਜ਼। ਕਿ ਤੁਸੀਂ ਨਾਲ ਚੱਲੋਗੇ? ਦੱਸ ਦਿਓ ਥੋੜਾ ਜਿਹਾ। ਮੇਰਾ ਖਿਆਲ ਆਹੀ ਹਾਂਜੀ ਹਾਂਜੀ ਬਿਲਕੁਲ ਸਰ। ਇੱਧਰ। ਅੱਛਾ ਲਓ ਜੀ ਮਿਲ ਲਈਏ। ਆ ਜਾਓ ਜੀ, ਆ ਜਾਓ, ਆ ਜਾਓ। ਇਹ ਉਹ ਬੱਚੇ ਨੇ, ਇਹੋ ਹੀ ਨੇ ਜੀ? ਉਹ ਕੀ ਬਾਤ ਹੈ, ਬੜੇ ਸਿਆਣੇ ਜੇ। ਦੇਖੋ ਪੜ੍ਹਨ ਵਾਲਿਆਂ ਦਾ ਨਾ ਦੂਰੋਂ ਪਤਾ ਲੱਗ ਜਾਂਦਾ ਸ਼ਕਲਾਂ ਦਾ ਵੀ ਇਹ ਪੜ੍ਹਨ ਵਾਲੇ ਨੇ ਸਾਰੇ ਬੱਚੇ। ਬੜੀ ਸਮਾਈਲ ਤੁਹਾਡੀ ਪਿਆਰੀ। ਸਿੰਘ ਸਾਹਿਬ ਕੀ ਨਾਮ? ਜਸਕੀਰਤ ਸਿੰਘ ਜੀ। ਜਸਕੀਰਤ ਜੀ ਕਿੱਥੋਂ ਤੁਸੀਂ? ਸਰ ਬਠਿੰਡਾ ਤੋਂ ਬਿਲੋਂਗ ਕਰਦਾ। ਬਠਿੰਡਾ ਤੋਂ ਬਿਲੋਂਗ ਕਰਦੇ ਹੋ। ਯੈਸ ਤੁਸੀਂ ਤੁਹਾਡੇ ਕਿੰਨੇ ਬੈਂਡ ਆ ਚੁੱਕੇ? ਸਰ 8 ਬੈਂਡਸ ਓਵਰਆਲ ਆਈ ਸੀ। ਰੀਡਿੰਗ 'ਚ 9 ਬੈਂਡਸ, ਲਿਸਨਿੰਗ 'ਚ 8.5, ਰਾਈਟਿੰਗ 'ਚ 7 ਐਂਡ ਸਪੀਕਿੰਗ 'ਚ 8 ਬੈਂਡਸ। ਓਕੇ, ਫਿਰ ਤੁਹਾਨੂੰ ਪਲਵੀ ਮੈਡਮ ਨੇ ਪੜ੍ਹਾਇਆ? ਯੈਸ ਸਰ, ਪਬਲੀ ਮੈਨੇ ਪੜ੍ਹਾਇਆ ਸੀ। 2.5 ਮੰਥਸ ਮੈਂ ਤੋਂ ਕੋਚਿੰਗ ਲਿੱਤੀ ਸੀ। ਓਕੇ, ਦੇਖੋ ਇਹ ਲੱਗਦਾ ਪਤਾ ਪਲਵੀ ਮੈਡਮ ਉਹੀ CA ਪਲੱਸ LLB ਜੋ ਦੋਨੋਂ ਜੇ ਚੀਜ਼ਾਂ ਰਲ ਗਈਆਂ। ਬੇਟਾ ਜੀ ਕੀ ਨਾਮ ਤੁਹਾਡਾ? ਸਰ ਹਰਸ਼ ਕੰਵਰ। ਹਰਸ਼ ਕਮਲ। ਤੁਸੀਂ ਕਿੱਥੋਂ ਬੱਚੇ? ਸਰ ਬਠਿੰਡੇ ਤੋਂ ਹੀ। ਤੁਸੀਂ ਵੀ ਬਠਿੰਡੇ ਤੋਂ? ਹਾਂਜੀ। ਤੁਹਾਡੇ ਕਿੰਨੇ ਬੈਂਡ ਆਏ? ਓਵਰਆਲ 8, ਰੀਡਿੰਗ ਤੇ ਰੀਡਿੰਗ ਐਂਡ ਲਿਸਨਿੰਗ 8.5, ਸਪੀਕਿੰਗ 7 ਐਂਡ ਰਾਈਟਿੰਗ 7.5। ਓਵਰਆਲ 8। ਅੱਛਾ, ਇਹ ਕਹਿੰਦੇ ਹੁੰਦੇ ਵੀ ਜਦੋਂ ਓਵਰਆਲ 8 ਹੋ ਜਾਏ ਤਾਂ ਫਿਰ ਸਿੱਧਾ ਬੰਦੇ ਨੂੰ ਉੱਥੇ PR ਹੀ ਮਿਲ ਜਾਂਦਾ ਹੁੰਦਾ? ਹਾਂਜੀ ਸਰ, ਬਟ ਕ੍ਰਾਈਟੀਰੀਆ ਫੋਲੋ ਕਰਨਾ ਪੈਂਦਾ। ਯੂ ਆਰ ਸਪੋਜ਼ਡ ਟੂ ਬੀ ਅ ਗ੍ਰੈਜੂਏਟ ਔਰ ਯੂ ਸ਼ੁਡ ਹੈਵ ਅ ਜੋਬ। ਇਟ ਡਿਪੈਂਡਸ ਕਿ ਯੂ ਨੋ ਤੁਸੀਂ ਕਿਸ ਬੇਸਿਸ 'ਤੇ ਅਪਲਾਈ ਕਰ ਰਹੇ ਹੋ। ਇਹ ਵੀ ਗੱਲ ਠੀਕ ਹੈ। ਮੈਨੂੰ ਤਾਂ ਜਿੰਨਾ ਕੁ ਪਤਾ ਸੀ ਮੈਂ ਪੁੱਛ ਲਿਆ, ਮੈਨੂੰ ਕਿਹੜਾ ਬਹੁਤਾ ਪਤਾ। ਕੀ ਨਾਮ ਹੈ ਜੀ? ਤਰੁਣਵੀਰ ਸਿੰਘ। ਤਰੁਣਵੀਰ ਜੀ। ਵੀਰਤਾ ਆਈ ਇੱਥੇ ਪੜ੍ਹ ਕੇ ਕੁਛ? ਥੋੜੀ ਆ ਗਈ ਸਰ, ਥੋੜੀ ਘੱਟ ਸੀ, ਉਹ ਇੱਥੇ ਪੂਰੀ ਹੋ ਗਈ। ਕੀ ਮੈਨੂੰ ਲੱਗਦਾ ਇੱਥੋਂ ਕਿੰਨੇ ਬੈਂਡ ਆਏ ਤੁਹਾਡੇ? ਸਰ ਮੇਰੇ ਓਵਰਆਲ 8.5 ਬੈਂਡ ਸੀ। ਰੀਡਿੰਗ ਤੇ ਲਿਸਨਿੰਗ ਵਿੱਚ 9 ਸੀ, ਸਪੀਕਿੰਗ ਤੇ ਰਾਈਟਿੰਗ ਵਿੱਚ 7.5। ਇਹ ਸਾਰੇ ਮੈਨੂੰ ਲੱਗਦਾ ਇਹ ਉਹ ਬੈਠੇ ਨੇ, ਮੈਨੂੰ ਲੱਗਦਾ ਇਹ ਵੀ ਹੋ ਸਕਦਾ। ਮੈਡਮ ਇੱਕ ਮੈਨੂੰ ਦੱਸਿਓ, ਇਹ ਜਿਹੜੇ ਤੁਸੀਂ 5 ਜਣੇ ਬੁਲਾਏ ਨੇ ਇਹ ਹੋਰ ਵੀ ਜ਼ਿਆਦਾ ਸੀਗੇ ਕਿ ਆਏ ਇੰਨੇ ਨੇ? नहीं नहीं सर, बच्चे बहुत हैं बट लाइक कॉल पे जिनको हम इनवाइट कर सकते हैं नियरेस्ट बाय जाए। बाकी बच्चे और स्टूडेंट की रिलेशनशिप भी मैटर करती है कि एक फ़ोन पे कौन आ सकता है। ਦੇਖੋ ਪਤਾ ਕੀ ਹੁੰਦਾ, ਇੱਕ ਫੈਮਲੀਅਰ ਜਿਹਾ ਮਾਹੌਲ ਬਣ ਜਾਂਦਾ। ਬੱਚੇ ਸਾਡੇ ਦੋ ਹੋਰ ਵੀ ਬੈਠੇ, ਮੈਂ ਆਪਾਂ ਇਹਨਾਂ ਨਾਲ ਵੀ ਗੱਲ ਕਰ ਲਈ। ਪੁੱਤਰ ਜੀ ਕੀ ਨਾਮ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ। ਮੈਨੂੰ ਐਸੇ ਕਿਤੇ ਮਨਪ੍ਰੀਤ ਸਾਡੇ MLA ਉਹ ਸੇਮ ਨਾਮ ਹੈ ਕਿ ਕਿੱਥੋਂ ਬੇਟਾ? ਮੈਂ ਵਿਲੇਜ ਚੰਨੂ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ। ਮੁਕਤਸਰ ਸਾਹਿਬ ਤੋਂ ਆਉਂਦੇ ਸੀ ਤੁਸੀਂ? ਨਹੀਂ, ਵਿਲੇਜ ਚੰਨੂ ਆ, ਬਾਦਲ ਕੋਲੇ ਰਹਿ ਜਾਂਦਾ ਜੀ। ਅੱਛਾ, ਇਹ ਨਹੀਂ ਫਿਰ ਮੈਂ ਹੀ ਕਹਿੰਦਾ ਵੀ ਤੁਸੀਂ ਡੇਲੀ ਅਪ ਡਾਊਨ ਕਰਦੇ ਸੀ? ਹਾਂਜੀ। ਤੇ ਫਿਰ ਇਹਨਾਂ ਦਾ ਨਾਮ ਤੁਹਾਨੂੰ ਸੁਜੈਸਟ ਕਿਹਨੇ ਦਿੱਤਾ? ਕਿਉਂਕਿ ਸਾਲ ਤਾਂ ਹੋਇਆ ਸੀ ਇਹਨਾਂ ਨੂੰ ਹਲੇ ਆਇਆ ਨੂੰ। ਨਹੀਂ ਜੀ, ਮੇਰੇ ਜਿਹੜੇ ਇਹਨਾਂ ਬ੍ਰਦਰ ਆਈ ਉਹ ਮੇਰੇ ਬੈਚਮੇਟ ਸੀਗੇ ਤੇ ਉਹ ਤਾਂ ਕਰਕੇ ਉਹਨਾਂ ਨੂੰ ਰੈਫਰੈਂਸ ਮਿਲੀ ਸੀਗੀ। ਉੱਥੋਂ ਉਹਨਾਂ ਨੇ ਕਹਿਣਾ ਵੀ ਮੇਰੀ ਭੈਣ ਪੜ੍ਹਾਉਂਦੀ ਤੂੰ ਪੜ੍ਹ ਲਾ ਯਾਰ। ਹਾਂਜੀ। ਤੇ ਉਦੋਂ ਐ ਨਹੀਂ ਲੱਗਿਆ ਯਾਰ ਵੀ ਕਿਤੇ ਇਹ ਨਾ ਹੋਵੇ ਵੀ ਯਾਰ ਦੋਸਤ ਦੀ ਭੈਣ ਤੋਂ ਪੜ੍ਹਨਾ ਪਤਾ ਨਹੀਂ ਪੜ੍ਹਾ ਵੀ ਪਾਊ ਜਾਂ ਨਹੀਂ ਪਾਊ? ਨਹੀਂ ਨਹੀਂ, ਵਧੀਆ ਸੀਗਾ ਜੀ। ਜਦੋਂ ਮੈਂ ਕਲਾਸ ਲਾ ਕੇ ਦੇਖੀ ਪਤਾ ਲੱਗ ਜਾਂਦਾ ਜੀ। ਲੱਗ ਜਾਂਦਾ? ਹਾਂਜੀ। ਕਿੰਨੇ ਬੈਂਡ ਆਏ ਫਿਰ? ਮੇਰੇ ਓਵਰਆਲ 7 ਜੀ। ਓਵਰਆਲ ਸਰ। ਹਾਂਜੀ। ਦੇਖੋ ਚੰਗੀ ਗੱਲ ਹੈ। ਹਾਂਜੀ ਤੁਸੀਂ ਬੇਟਾ ਜੀ ਕੀ ਨਾਮ? ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਜੀ। ਹਾਂਜੀ, ਤੇ ਫਿਰ ਹੁਣ ਅਰਸ਼ ਤੇ ਚੜ੍ਹਨ ਦੀਆਂ ਤਿਆਰੀਆਂ ਨੇ ਬੈਂਡ ਲੈ ਕੇ? ਪੂਰੀਆਂ ਤਿਆਰੀਆਂ ਜੀ। ਅੱਧੇ ਕੁ ਤਾਂ ਚੜ੍ਹ ਗਏ ਜੀ, ਅੱਧੇ ਕਸਕਾ ਸਾਰਾ ਜੀ। ਬਸ ਰਹਿ ਕੀ ਗਿਆ ਹੁਣ ਤਾਂ? ਹਾਂਜੀ, ਨੇੜੇ ਲੱਗ ਗਿਆ ਕੰਮ ਜੀ। ਨੇੜੇ ਲੱਗ ਗਿਆ। ਅੱਛਾ ਕਿੰਨੇ ਬੈਂਡ ਆਏ ਤੁਹਾਡੇ? ਮੇਰੇ 6.5 ਜੀ। 6.5। ਹਾਂਜੀ, ਪਹਿਲਾਂ ਕਿਤੋਂ ਕੀਤੀ ਕਿ ਪਹਿਲਾਂ ਸਾਰਿਆਂ ਤੇ ਪਹਿਲੀ ਵਾਰੀ ਪਈ ਸੀ? ਪਹਿਲੇ ਇੱਥੇ ਆਏ ਸੀ ਸਭ ਤੋਂ ਪਹਿਲੇ ਸੀ ਪਹਿਲੇ। ਆ ਗਏ? ਹਾਂਜੀ, ਇੱਥੇ ਆਏ ਸੀਗੇ ਜੀ। ਕੀ ਆਰਾਮ ਨਾਲ ਸਮਝਾਇਆ ਇਹਨਾਂ ਨੇ ਕਿ ਤੁਸੀਂ ਬਹੁਤੇ ਜ਼ਿਆਦਾ ਪੜ੍ਹਾਕੂ ਸੀ? ਨਹੀਂ ਜੀ, ਇਹਨਾਂ ਦੀ ਮੈਨੂੰ ਤਾਂ ਪਹਿਲਾਂ ਇੰਗਲਿਸ਼ ਬੋਲਣ ਦਾ ਐਕਸਪੀਰੀਅੰਸ ਵੀ ਹੈ ਨਹੀਂ ਸੀ। ਮੈਨੂੰ ਲੱਗਦਾ ਮੈਂ ਕਿਸੇ ਨਾਲ ਇੰਗਲਿਸ਼ 'ਚ ਕਦੇ ਗੱਲ ਨਹੀਂ ਕੀਤੀ ਸੀਗੀ ਜੀ। ਹੁਣ ਕਰ ਲੈਂਦੇ? ਹਾਂਜੀ, ਹੁਣ ਮੇਰੇ ਨਾਲ ਨਾ ਕਰੇ। ਠੀਕ। ਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਆਪਾਂ ਇੱਕ ਵਾਰੀ ਫੇਰ ਗੱਲ ਕਰਦੇ ਹਾਂ। ਕੀ ਇੱਥੇ ਜਦੋਂ ਤੁਸੀਂ ਆਏ ਵੱਖਰਾ ਤੁਹਾਨੂੰ ਇਸ ਸੈਂਟਰ ਦੇ ਵਿੱਚ ਕੁਝ ਲੱਗਿਆ ਕਿ ਜਿਵੇਂ ਨਾਰਮਲ ਚੱਲਦਾ ਕਲਾਸਰੂਮ ਪੜ੍ਹਾਇਆ ਗਏ ਓਕੇ? ਸਰ ਦੇਖੋ, ਮੈਂ ਇੱਥੇ ਕੋਚਿੰਗ ਪਹਿਲੀ ਵਾਰ ਲਿੱਤੀ ਹੈ ਤੇ ਇਸ ਤੋਂ ਪਹਿਲਾਂ ਮੈਂ ਕੋਚਿੰਗ ਲਿੱਤੀ ਨਹੀਂ ਕੋਈ। ਸੋ ਮੈਂ ਕੰਪੇਅਰ ਨਹੀਂ ਕਰ ਸਕਦਾ ਕਿ ਵੀ ਇਹ ਬਾਕੀ ਇੰਸਟੀਚਿਊਟਸ ਵਿੱਚ ਕਿਵੇਂ ਹੁੰਦਾ ਤੇ ਇੱਥੇ ਕਿਵੇਂ ਹੁੰਦਾ। ਮੈਂ ਇੱਥੇ ਲੋਕਡਾਊਨ ਪੀਰੀਅਡ ਦੇ ਵਿੱਚ ਆਨਲਾਈਨ ਕਲਾਸਿਸ ਲਿੱਤੀਆਂ ਸੀ। ਆਈ ਵਾਜ਼ਨਟ ਐਨ ਆਫਲਾਈਨ ਸਟੂਡੈਂਟ। ਤੇ ਦੇਖੋ ਮੈਨੂੰ ਜੋ ਪਸੰਦ ਆਇਆ ਉਹ ਇਹ ਸੀ ਕਿ ਜਿਹੜੇ ਮੇਰੇ ਸਟਰੋਂਗ ਪੁਆਇੰਟਸ ਹੈਗੇ ਸੀ ਲਿਸਨਿੰਗ ਤੇ ਰੀਡਿੰਗ, ਉਹਨਾਂ ਨੂੰ ਇਹਨਾਂ ਨੇ ਥੋੜ੍ਹਾ ਪਿੱਛੇ ਕਰ ਦਿੱਤਾ ਤੇ ਜਿਹੜੇ ਮੇਰੇ ਵੀਕ ਪੁਆਇੰਟ ਸੀ ਉਹਨਾਂ 'ਤੇ ਅਸੀਂ ਜ਼ਿਆਦਾ ਕੰਮ ਕੀਤਾ। ਦੈਟ ਇਜ਼ ਵਾਟ ਆਈ ਫਾਊਂਡ ਬੈਸਟ, ਕਿਉਂਕਿ ਨਾਰਮਲ ਕਲਾਸਿਸ ਦੇ ਵਿੱਚ ਹਰ ਇੱਕ ਕਲਾਸ ਰੈਗੂਲਰ ਲੱਗਦੀ ਹੈ, ਉਸ 'ਤੇ ਬਰਾਬਰ ਐਮਫੈਸਿਸ ਦਿੱਤਾ ਜਾਂਦਾ ਹੈ। ਪਰ ਇਹਨਾਂ ਨੇ ਉਹ ਕੋਰਸ ਨੂੰ ਮੇਰੀ ਰਿਕੁਆਇਰਮੈਂਟ ਦੇ ਅਨੁਸਾਰ ਢਾਲਿਆ ਤੇ ਫਿਰ ਮੈਨੂੰ ਉਹ ਪ੍ਰੋਵਾਈਡ ਕੀਤਾ ਤਾਂ ਕਿ ਮੇਰੇ ਬੈਂਡ ਸਕੋਰ ਵਧੇ। ਬਿਲਕੁਲ। ਤੁਹਾਡੇ ਨਾਲ ਕਿੱਦਾਂ ਹੋਇਆ? ਸਰ ਮੈਂ 20 ਡੇਜ਼ ਦੇ ਵਿੱਚ ਆਪਣਾ ਕੰਪਲੀਟ ਕੀਤਾ ਸੀ ਕੋਰਸ ਐਂਡ ਰਾਈਟ ਫਰੋਮ ਦ ਡੇ 1 ਹਰ ਇੱਕ ਚੀਜ਼ ਨੂੰ ਮਤਲਬ ਇੰਨਾ ਬਿਕਾਜ਼ ਆਈ ਵਾਜ਼ ਸੌਰਟ ਆਫ ਇਨ ਅ ਰਸ਼ ਕਿ ਮੇਰਾ ਜਲਦੀ ਕਲੀਅਰ ਹੋ ਜਾਏ।
ਤਾਂ ਮੋਸਟਲੀ ਮੈਂ ਡੈਮੋਜ਼ ਵੀ ਲਿੱਤੇ ਨੇ ਪਹਿਲਾਂ ਕਲਾਸਿਸ ਦੇ। ਉਹਨਾਂ ਨੇ ਕੀ ਕੀਤਾ ਕਿ ਮਤਲਬ ਨਾਰਮਲ ਰੈਗੂਲਰ ਕਲਾਸਿਸ 'ਚ ਬਿਠਾ ਦਿੱਤਾ ਬਾਕੀ ਬੱਚਿਆਂ ਦੇ ਨਾਲ, ਜੇ ਸਪੀਡ ਨਾਲ ਚੱਲ ਰਿਹਾ ਹੈ ਨਾ ਉਸ ਸਪੀਡ ਨਾਲ ਹੀ। ਐਜ਼ ਸਰ ਮੈਂਸ਼ਨਡ ਬਿਫੋਰ, ਸਟੂਡੈਂਟ ਨੂੰ ਇੰਡੀਵਿਜੂਅਲ ਅਟੈਂਸ਼ਨ ਦਿੱਤੀ ਜਾਂਦੀ ਹੈ। ਐਂਡ ਡਿਸਪਾਈਟ ਆਫ ਦੀ ਹੈਕਟਿਕ ਸ਼ਡਿਊਲ ਦੈਟ ਪੱਲਵੀ ਮੈਮ ਹੈਜ਼, ਉਹ ਰਿਫਿਊਜ਼ ਨਹੀਂ ਕਰਦੇ ਕਿ ਨਹੀਂ ਮੇਰਾ ਸ਼ਡਿਊਲ ਬਹੁਤ ਟਾਈਟ ਹੈ ਜਾਂ ਆਈ ਕੈਨ ਨਾਟ ਕੋਆਪਰੇਟ। ਸ਼ੀ ਹੈਂਡਲਸ ਐਵਰੀਥਿੰਗ ਵੈਰੀ ਵੈਲ ਐਂਡ ਆਈ ਐਮ ਓਨੈਸਟਲੀ ਵੈਰੀ ਵੈਰੀ ਲੱਕੀ ਕਿ ਵਿਦਿਨ 20 days ਕੋਈ ਵੀ ਇੰਸਟੀਟਿਊਟ ਹੱਥ ਵੀ ਨਹੀਂ ਪਾ ਰਿਹਾ ਸੀ, ਬਟ ਪੱਲਵੀ ਮੈਮ ਗਾਈਡਡ ਮੀ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਹਰ। ਫਿਰ ਤੁਸੀਂ ਪੱਲਵੀ ਮੈਡਮ ਨੂੰ ਪਾਰਟੀ ਦਿੱਤੀ? ਨਹੀਂ ਸਰ, ਪਾਰਟੀ ਹਜੇ ਪੈਂਡਿੰਗ ਹੈ। ਦੇਖੋ ਜੀ, ਦੇਖੋ ਹੈ ਅੱਜ ਉਸੇ ਵਾਸਤੇ ਆਏ ਜੀ। ਅੱਛਾ, ਅੱਜ ਉਸੇ ਵਾਸਤੇ ਅੱਜ ਉਸੇ ਵਾਸਤੇ ਉਹਨਾਂ ਦੀ ਪਾਰਟੀ ਕਰ ਲੈਂਦੇ ਹਾਂ। ਓਕੇ, ਯੂ ਆਰ ਇਨਵਾਈਟਡ ਸਰ, ਤੁਸੀਂ ਇਨਵਾਈਟਡ ਹੋ। ਚਲੋ ਵਧੀਆ ਜੀ, ਮੈਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਵੀ ਇਨਵਾਈਟ ਕੀਤਾ। ਦੇਖੋ 20 ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਹਿ ਰਹੇ ਨੇ ਵੀ ਪੱਲਵੀ ਮੈਡਮ ਨੇ ਸਮਝਾਇਆ, ਤੇ ਇਹ ਗੁੜੀਆ ਜਿਹੜੀ ਹੈ, ਕਿੰਨੇ ਬੈਂਡ ਲੈ ਗਏ ਤੁਸੀਂ? ਸਰ ਓਵਰਆਲ 8 ਨੇ। ਓਵਰਆਲ 8 ਬਹੁਤ ਹੁੰਦੇ ਆ 20 ਦਿਨਾਂ ਦੇ ਵਿੱਚ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਕੁਝ ਕਹਿਣਾ ਤੁਸੀਂ? ਹਾਂਜੀ ਸ਼ੋਰ, ਇਹੀ ਗੱਲ ਸੇਮ ਜੋ ਇਹਨਾਂ ਨੇ ਕਹੀ ਸੀ ਕਿ ਮੈਮ ਦੀ ਜਿਹੜਾ ਇੰਡੀਵਿਜੂਅਲ ਟੱਚ ਹੈ, ਜੋ ਹਰ ਇੱਕ ਨੂੰ ਬੱਚੇ ਨੂੰ ਪਰਸਨਲ ਅਟੈਂਸ਼ਨ ਦਿੰਦੇ ਆ, ਉਹੀ ਗੱਲ ਇਹਨਾਂ ਦੀ ਬੈਸਟ ਹੈ ਅਤੇ ਇੰਸਟੀਟਿਊਟ ਨੂੰ ਹਰ ਇੱਕ ਨਾਲੋਂ ਬੈਸਟ ਬਣਾਉਂਦਾ ਹੈਗਾ। ਕਿਉਂਕਿ ਇੱਥੇ ਬਾਕੀ ਇੰਸਟੀਟਿਊਟ ਜਸਟ ਕਲਾਸਿਸ ਵਿੱਚ ਬੱਚੇ ਭਰਦੇ ਆ ਅਤੇ ਉਹਨਾਂ ਨੂੰ ਬਸ ਪੜ੍ਹਾਉਣ ਦਾ ਕੋਈ ਮੋਟਿਵ ਨਹੀਂ ਹੈਗਾ, ਬਸ ਪੈਸੇ ਇਕੱਠਾ ਕਰਨ ਦਾ ਮੋਟਿਵ ਉਹ ਰੱਖਦੇ ਆ। ਮੈਂ ਇੱਥੇ ਬੇਸਿਕਲੀ ਸਾਡੀ ਗਰੋਥ ਦੇਖਣਾ ਚਾਹੁੰਦੇ ਆ। ਸ਼ੀ ਹੈਜ਼ ਨੋ ਮੋਟਿਵ ਆਫ ਅਰਨਿੰਗ ਮਨੀ ਮੋਰ ਦੈਨ ਦੈਟ। ਜਿੱਥੇ ਬੱਚੇ ਪੜ੍ਹਦੇ ਮੈਡਮ? ਹਾਂਜੀ, ਨੀਚੇ ਸਰ ਕਲਾਸਰੂਮ। ਅੱਛਾ, ਉੱਥੇ ਜਾਣਾ ਪੈਣਾ? ਚਲੋ ਆਓ ਚਲੀਏ, ਆਓ ਜੀ ਚਲੀਏ, ਆਪਾਂ ਦੇਖੀਏ ਕੀ ਬਾਤ ਹੈ। ਇਹ ਤਾਂ ਪੂਰਾ ਜਿਵੇਂ ਕਾਲਜ ਦਾ ਨਹੀਂ ਹੁੰਦਾ ਕਲਾਸਰੂਮ। ਸੌਰੀ ਮੈਡਮ, ਇੰਟਰਰਪਟ ਕਰ ਰਿਹਾ, ਮਾਫੀ ਚਾਹੁੰਦਾ। ਇਹਨੂੰ ਲਿਸਨਿੰਗ, ਉਹ ਮੇਰੀ ਗਲਤੀ ਹੋ ਗਈ, ਉਹ ਲਿਸਨਿੰਗ ਚੱਲ ਰਹੀ ਸੀ ਉਹਨਾਂ ਦੀ, ਤੇ ਉਹ ਮੈਨੂੰ ਆਦਤ ਹੈ ਨਾ। ਕਾਈਂਡਲੀ ਸੌਰੀ ਬੇਟਾ ਜੀ, ਮਾਫੀ ਚਾਹਾਂਗਾ ਤੁਹਾਨੂੰ। ਮੈਂ ਪੰਜਾਬੀ 'ਚ ਜਿਹਨੂੰ ਕਹਿੰਦੇ ਖਲਲ ਪਾਤਾ ਮੈਂ ਤੁਹਾਡੇ ਲਿਸਨਿੰਗ ਦੇ ਵਿੱਚ। ਕੀ ਨਾਮ ਤੁਹਾਡਾ? ਹਰਪ੍ਰੀਤ ਸ਼ਰਮਾ ਜੀ। ਹਰਪ੍ਰੀਤ ਸਰ, ਕਿੱਥੋਂ ਤੁਸੀਂ? ਜੋਧਪੁਰ ਪਾਕਰ। ਜੋਧਪੁਰ ਪਾਕਰ, ਮੇਰੇ ਖਿਆਲ ਤਲਵੰਡੀ ਕੋਲ? ਹਾਂਜੀ, ਉੱਥੇ ਨਹੀਂ ਹੈ ਨਾ? ਹਾਂ। ਤੇ ਫਿਰ ਤੁਸੀਂ ਇੰਨੀ ਦੂਰ ਆਉਂਦੇ ਹੋ? ਹਾਂਜੀ। ਕਿਵੇਂ, ਉੱਥੇ ਨੇੜੇ ਤੇ ਹੈ ਨਹੀਂ ਕੋਈ? ਨਹੀਂ ਹੈ ਨਹੀਂ, ਵਧੀਆ ਨੇੜੇ ਤੇੜੇ ਉੱਥੇ। ਵਧੀਆ, ਮਤਲਬ ਵੈਸੇ ਹੈਗੇ ਆ, ਵਧੀਆ ਹਾਂ, ਵਧੀਆ ਹੈ ਨਹੀਂ, ਬਾਕੀ ਬੱਸ ਤੇ ਆਉਣਾ ਜਾਣਾ ਪੈਂਦਾ। ਕਿੰਨੀ ਦੇਰ ਹੋ ਗਈ ਤੁਸੀਂ ਇੱਥੇ ਆਉਂਦੇ? ਮੈਨੂੰ 3 ਮਹੀਨੇ ਹੋ ਗਏ। 3 ਮਹੀਨੇ ਹੋ ਗਏ। ਹਾਂਜੀ। ਤੇ ਕਿੰਨਾ ਕੁ ਫਿਰ ਲੱਗਦਾ ਵੀ ਮੈਂ ਇੰਨੇ ਕੁ ਪਾਣੀ 'ਚ ਹੋ ਗਿਆ? ਜਮਾਂ 0 ਲੈਵਲ ਤੇ ਆਇਆ ਸੀ ਇੱਥੇ, ਜੀ। ਤੇ ਹੁਣ ਵੀ ਲੱਗਦਾ 6 ਤੱਕ ਆ ਜਾਵਾਂਗਾ। ਹਾਂ। ਦੇਖੋ, ਜਦੋਂ ਬੱਚਾ ਆਪਣੇ ਮੂੰਹ ਵੀ ਕਹਿਣਾ ਸ਼ੁਰੂ ਕਰ ਦਿੰਦਾ ਨਾ ਵੀ ਹਾਂ 0 ਤੋਂ, ਨਹੀਂ ਤਾਂ ਮੇਰੇ ਵਰਗੇ ਤਾਂ ਕਦੀ ਮੰਨੇ ਹੀ ਨਹੀਂ ਸੀ। ਮੇਰੇ ਵਰਗਾ ਤਾਂ ਕਹਿੰਦਾ ਨਾ ਜੀ ਬਹੁਤ ਆਉਂਦਾ ਜੀ ਮੈਨੂੰ। ਤੇ ਆਹ ਦੇਖ ਲਓ ਮਾਈਕ ਫੜ ਕੇ ਤੁਰੇ ਫਿਰਦੇ। ਪੁੱਤਰ ਜੀ ਕੀ ਨਾਮ? ਸੁਖਮਨ ਕੌਰ। ਸੁਖਮਨ, ਕਿਹੜੀ ਜਗ੍ਹਾ ਤੋਂ ਬੇਟਾ? ਇੱਥੇ ਲੋਕਲ। ਲੋਕਲ? ਹਾਂਜੀ। ਕਿਸ ਤਰ੍ਹਾਂ ਦੀ ਪੜ੍ਹਾਈ ਚੱਲਦੀ ਹੈ? ਵਧੀਆ। ਕਿੱਦਾਂ ਦੀ ਵਧੀਆ? ਮਤਲਬ ਕਿ ਟੀਚਰਸ ਬਹੁਤ ਵਧੀਆ ਨੇ, ਬਹੁਤ ਵਧੀਆ ਪੜ੍ਹਾਉਂਦੇ ਨੇ। ਕਿਸ ਤਰੀਕੇ ਨਾਲ ਸਮਝਾਉਂਦੇ ਹੋ? ਕਦੀ ਇੱਦਾਂ ਹੋਇਆ ਵੀ ਕੋਈ ਚੀਜ਼ ਸਮਝ ਨਹੀਂ ਆਈ ਤੇ ਤੁਸੀਂ ਦੁਬਾਰਾ ਪੁੱਛ ਲਿਆ ਤੇ ਮੈਡਮ ਪੁੱਛਣ ਵੀ ਨਹੀਂ ਇੱਕ ਵਾਰੀ ਪੁੱਛਣਾ, ਦੁਬਾਰਾ ਨਹੀਂ ਪੁੱਛਣਾ? ਨਹੀਂ ਮੈਮ, ਪੂਰਾ ਐਕਸਪਲੇਨ ਕਰਦੇ ਨੇ, ਔਰ ਜੇ ਫਿਰ ਵੀ ਨਹੀਂ ਸਮਝ ਆਉਂਦਾ ਫਿਰ ਵੀ ਦੁਬਾਰਾ ਤੋਂ ਸਮਝਾਉਂਦੇ ਨੇ। ਫਿਰ ਵੀ? ਹਾਂਜੀ। ਇਹ ਬੱਚੀ ਨੂੰ ਮੈਂ ਪੁੱਛ ਕੇ ਉਹਦਾ ਸਮਾਈਲ ਦੇ ਰਹੀ ਸੀਗੀ। ਪੁੱਤਰ ਕੀ ਸੋਚ ਰਹੇ ਸੀ ਤੁਸੀਂ ਵੀ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਪਿਆ ਸੀ? ਸਰ ਗੁਸ਼ਤੀ। ਕੀ ਨਾਮ ਤੁਹਾਡਾ? ਸੁਖਪ੍ਰੀਤ ਕੌਰ। ਸੁਖਪ੍ਰੀਤ। ਹਾਂਜੀ। ਤੇ ਇਹ ਜਦੋਂ ਇਹ ਸੁੱਖ ਮਿਲਦਾ ਇੱਥੇ ਕਲਾਸਰੂਮ ਦੇ ਵਿੱਚ ਵੀ ਹਾਂ ਹੁਣ ਅਸੀਂ ਆਇਲਸ ਕਰ ਲੈਣੇ ਤੇ ਬਾਹਰ ਚਲੇ ਜਾਣਾ? ਹਾਂਜੀ ਸਰ। ਕਿੱਦਾਂ ਦਾ ਪੜ੍ਹਾਉਂਦੇ ਆ? ਬਹੁਤ ਵਧੀਆ ਸਰ। ਪੰਖ ਲੱਗਦੇ ਆ ਵਾਕਈ ਇੱਥੇ ਆ ਕੇ, ਜਿਵੇਂ ਇਹਨਾਂ ਨੇ ਲਿਖਿਆ ਫਲਾਈ ਹਾਈ? ਯੈਸ ਹੈ ਪੁੱਤਰ? ਯੈਸ ਸਰ। ਲੱਗਦਾ? ਯੈਸ। ਚਲੋ ਦੇਖੋ, ਆਪਾਂ ਇਹਨਾਂ ਦਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ। ਮਕਸਦ ਇਹ ਹੈ ਵੀ ਤੁਸੀਂ ਇਹ ਵੇਖੋ ਕਿ ਆਪਾਂ ਆਏ, ਇਹਨਾਂ ਦਾ ਜਿਹੜਾ ਆਪਾਂ ਸੈਂਟਰ ਦੇਖਿਆ, ਉਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਜਿਹੜੇ 8-8 9-9 ਬੈਂਡ ਲਿਜਾ ਚੁੱਕੇ ਨੇ। ਤੇ ਉਹ ਕੀ ਹੁੰਦਾ ਕਿ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਹ ਉਹਨਾਂ ਦੀਆਂ ਫੋਟੋਆਂ ਲੱਗ ਜਾਂਦੀਆਂ। ਤੇ ਜਦੋਂ ਹੁਣ ਮੈਂ ਤੇ ਪੁੱਛ ਹੀ ਲਵਾਂ ਪੁੱਤਰ ਜੀ, ਜਦੋਂ ਤੁਸੀਂ ਪੌੜੀਆਂ ਚੜ੍ਹਦੇ ਹੋ ਉੱਥੇ ਬੜੇ ਵੱਧ ਬੈਂਡ ਵਾਲੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ, ਤੇ ਮਨ 'ਚ ਇਹ ਵੀ ਆਉਂਦਾ ਹੋਣਾ ਵੀ ਮੇਰੀ ਵੀ ਫੋਟੋ ਇੱਥੇ ਲੱਗੇ? ਹਾਂਜੀ ਸਰ, ਬਹੁਤ ਆਉਂਦਾ ਜੀ, ਕਿਉਂਕਿ ਘਰਦਿਆਂ ਦੀਆਂ ਵੀ ਆਸਾਂ ਹੁੰਦੀਆਂ ਜੀ, ਕੁਛ ਨਾ ਕੁਛ ਕਰਨਾ ਜੀ, ਆਪਦਾ ਵੀ ਫਿਊਚਰ ਬਣਾਉਣਾ ਸਰ। ਗੁੱਡ। ਘਰਦਿਆਂ ਦੀਆਂ ਆਸਾਂ, ਕਿਉਂਕਿ ਅਸੀਂ ਇੱਕ ਦੂਸਰੇ ਨਾਲ ਜੁੜੇ ਬਹੁਤ ਹੁੰਦੇ ਹਾਂ, ਕਿਉਂਕਿ ਸਾਡਾ ਪਿਆਰ ਹੈ ਜਿਹੜਾ ਹੈ ਨਾ, ਕਿਉਂਕਿ ਫੈਮਿਲੀ ਵਾਲੇ ਸਾਨੂੰ ਇੰਨਾ ਪਿਆਰ ਕਰ ਦਿੰਦੇ, ਉਹਨਾਂ ਦੀਆਂ ਆਸਾਂ ਸਾਡੇ ਤੇ, ਸਾਡੇ ਬੱਚਿਆਂ ਤੇ ਬਹੁਤ ਹੁੰਦੀਆਂ ਕਿ ਸਾਡੇ ਬੱਚੇ ਯਾਰ ਜੇ ਅਸੀਂ ਕੁਝ ਨਹੀਂ ਕਰ ਸਕੇ, ਸਪੋਜ਼ ਕਈ ਵਾਰੀ ਹੁੰਦਾ ਨਾ ਵੀ ਸਾਡੇ ਬੱਚੇ ਸਾਡੇ ਤੋਂ ਅਗਾਂਹ ਨਿਕਲਣ, ਤਾਂ ਫਿਰ ਉਹ ਪੂਰਾ ਆਪਣਾ ਵਾਹ ਲਾ ਦਿੰਦੇ ਨੇ
ਕਿ ਇਹ ਬੱਚੇ ਜਿਹੜੇ ਨੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਣ। ਤੇ ਉਸੇ ਤਰੀਕੇ ਨਾਲ ਟੀਚਰਸ ਹੁੰਦੇ ਨੇ ਉਹ ਪੂਰਾ ਵਾਹ ਲਾ ਦਿੰਦੇ ਆ ਵੀ ਸਾਡੇ ਜਿਹੜੇ ਸਟੂਡੈਂਟ ਹੈ ਮੇਰੇ ਕੋਲੋਂ ਜੇ ਪੜ੍ਹ ਕੇ ਜਾ ਰਹੇ ਕੋਈ ਵੀ ਟੀਚਰ ਹੈ XYZ, ਜਿਵੇਂ ਆਪਾਂ ਪਲਵੀ ਮੈਡਮ ਕਹਿ ਲਈਏ ਜਾਂ ਸ਼ਰੂਤੀ ਮੈਡਮ ਇੱਥੋਂ ਸੈਂਟਰ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਹੁੰਦਾ ਵੀ ਸਾਡੇ ਕੋਲ ਬੱਚੇ ਪੜ੍ਹ ਕੇ ਜਾਣ ਤਾਂ ਪੌੜੀਆਂ ਉਤਰ ਕੇ ਕੋਈ ਇਹ ਨਾ ਕਵੇ ਮਜ਼ਾ ਨਹੀਂ ਆਇਆ, ਚੱਜ ਨਾਲ ਨਹੀਂ ਪੜ੍ਹਾਉਂਦੇ, ਤਾਂ ਉਹ ਸਗੋਂ ਆਪਣਾ ਵਾਹ ਪੂਰਾ ਲਾਉਂਦੇ ਨੇ ਵੀ ਬੱਚਾ ਬਾਹਰ ਜਦੋਂ ਗੱਲ ਕਲਾਸ ਛੱਡ ਕੇ ਜਾਵੇ ਤਾਂ ਗੱਲਾਂ ਹੀ ਕਰਦੇ ਜਾਣ। ਵਾਕਈ ਯਾਰ ਮੈਂ ਮੈਡਮ ਨੂੰ ਦੂਜੀ ਵਾਰੀ ਪੁੱਛਿਆ ਤੇ ਉਹਨਾਂ ਨੇ ਮੈਨੂੰ ਸਮਝਾਇਆ, ਤੇ ਇਦਾਂ ਜਦੋਂ ਸਮਝ ਆ ਜਾਂਦੀ ਨਾ ਬੱਚੇ ਨੂੰ ਤਾਂ ਫਿਰ ਕਦਰਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ। ਤੇ ਸਾਡੀ ਕੋਸ਼ਿਸ਼ ਵੀ ਇਹ ਹੁੰਦੀ ਕਿ ਅਸੀਂ ਹਰ ਚੀਜ਼ ਦੀ ਕਦਰ ਕਰੀਏ, ਉਹਨੂੰ ਸਿੰਸੀਅਰਲੀ ਲਈਏ ਵੀ ਟੀਚਰ ਜੇ ਸਾਨੂੰ ਪੜ੍ਹਾ ਰਿਹਾ। ਤਾਂ ਮੈਨੂੰ ਲੱਗਦਾ ਮੇਰੇ ਮਾਪਿਓ ਵੀ ਕਹਿੰਦੇ ਹੁੰਦੇ ਸੀ ਵੀ ਪੁੱਤਰ ਜੀ ਜਦੋਂ ਕਲਾਸਰੂਮ ਦੇ ਵਿੱਚ ਤੁਹਾਡੇ ਟੀਚਰ ਪੜ੍ਹਾਉਂਦੇ ਹੋਣ ਤਾਂ ਉਸ ਲੈਕਚਰ ਨੂੰ ਜੇ ਤੁਸੀਂ ਬਹੁਤ ਆਰਾਮ ਨਾਲ ਸੁਣ ਲੈਂਦੇ ਹੋ ਨਾ, ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਬਾਅਦ ਬੱਚਾ ਕੋਈ ਫੇਲ ਹੋ ਸਕਦਾ। ਇੰਨੀ ਹੀ ਹੁੰਦਾ ਕਿ ਤੁਹਾਨੂੰ ਮੈਂ ਦਿਖਾ ਦਿਆਂ ਕਿੱਥੇ ਕਿੱਥੇ ਕੀ ਹੈ। ਅੱਜ ਆਪਾਂ ਫਲਾਈ ਹਾਈ ਜਿਹੜਾ ਘੋੜੇ ਵਾਲਾ ਚੌਂਕ ਦੇ ਕੋਲ ਹੈ ਬਠਿੰਡੇ 100 ਫੁੱਟੀ ਰੋਡ ਤੇ, ਉੱਥੇ ਆਏ। ਪਲਵੀ ਮੈਡਮ, ਸ਼ਰੂਤੀ ਮੈਡਮ ਉਹਨਾਂ ਨੂੰ ਮਿਲੇ, ਉਹਨਾਂ ਬੱਚਿਆਂ ਨੂੰ ਮਿਲੇ ਜਿਹੜੇ ਇੱਥੋਂ ਵੱਧ ਬੈਂਡ ਲੈ ਕੇ ਜਾ ਚੁੱਕੇ, ਜਾਂ ਇਹਨਾਂ ਬੱਚਿਆਂ ਨੂੰ ਮਿਲੇ। ਮੈਂ ਇਹਨਾਂ ਦਾ ਟਾਈਮ ਵੇਸਟ ਨੋ ਡਾਊਟ ਥੋੜ੍ਹਾ ਜਿਹਾ ਕੀਤਾ, ਮਾਫੀ ਵੀ ਮੰਗ ਲਈ। ਇਹਨਾਂ ਬੱਚਿਆਂ ਨੂੰ ਮਿਲੇ ਜਿਹੜੇ ਹੈਗੇ ਆਇਲਸ ਕਰ ਰਹੇ ਆ, ਇਹਨਾਂ ਨਾਲ ਤੁਸੀਂ ਦੇਖਿਆ ਵੀ ਆਪਾਂ ਗੱਲਬਾਤ ਕੀਤੀ ਹੈ, ਚੰਗਾ ਲੱਗਿਆ। ਫਿਰ ਮਿਲਾਂਗੇ ਕਿਸੇ ਹੋਰ ਇੰਸਟੀਚਿਊਟ ਦੇ ਵਿੱਚ। ਦਿਓ ਇਜਾਜ਼ਤ, ਧੰਨਵਾਦ।